ਵਾਪਸ ਆਉਣ ਲਈ ਸਵਾਗਤ ਹੈ। ਤਾਂ ਇਹ ਲੈਕਚਰ ਨੰਬਰ 36 ਹੈ ਅਤੇ ਅੱਜ ਅਸੀਂ ਇੱਕ ਨਵੇਂ ਟੌਪਿਕ ਦੇ ਨਾਲ ਕੰਟੀਨਿਊ ਰੱਖਾਂਗੇ ਜੋ ਕਿ ਇੱਕ ਲੀਨੀਅਰ ਅਲਜਬਰਾ ਲੈਕਚਰ ਦੀ ਇਸ ਲੜੀ ਵਿੱਚ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ ਅਤੇ ਅਸੀਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਨਾਲ ਆਰੰਭ ਕਰਾਂਗੇ ਅਤੇ ਦੁਬਾਰਾ ਇਹ ਲੀਨੀਅਰ ਅਲਜਬਰਾ ਵਿੱਚ ਬਹੁਤ ਸਾਰੇ ਸੰਕਲਪਾਂ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਅਸੀਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਦੀ ਇੱਕ ਬਹੁਤ ਮੁੱਢਲੀ ਜਾਣਕਾਰੀ ਨਾਲ ਸ਼ੁਰੂਆਤ ਕਰਾਂਗੇ। ਇਸ ਲਈ ਸਿਸਟਮ ਦੀ ਜਾਣ ਪਛਾਣ ਅਤੇ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਅਤੇ ਉਹਨਾਂ ਦੇ ਜਿਓਮੈਟ੍ਰਿਕਲ ਇੰਟਰਪ੍ਰੀਟੇਸ਼ਨ ਦੇ ਸੋਲਿਊਸ਼ਨ ਨੂੰ ਵੀ ਕਵਰ ਕੀਤਾ ਜਾਵੇਗਾ। ਇਸ ਲਈ ਇੱਥੇ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਹੈ। ਇਸ ਲਈ ਇਹ ਇਕੁਏਸ਼ਨ ਦੀਆਂ ਟਰਮਜ਼ ਵਿੱਚ ਲਿਖਿਆ ਗਿਆ ਇੱਕ ਜਨਰਲ ਸਿਸਟਮ ਹੈ। ਇਸ ਲਈ ਇਹ ਪਹਿਲਾ ਇਕੁਏਸ਼ਨ ਹੈ ਜਿੱਥੇ ਸਾਡੇ ਕੋਲ ਇਹ ਹੈ। ਇੱਥੇ ਕੋਐਫੀਸ਼ੀਐਂਟ a1 x1 ਹੈ ਅਤੇ ਇਸ x2 ਦਾ ਇਹ ਕੋਐਫੀਸ਼ੀਐਂਟ a1 2 ਹੈ ਅਤੇ ਅੱਗੇ ਇਸ ਤਰ੍ਹਾਂ a1 ਅਤੇ xn b1 ਹੈ। ਇਸ ਲਈ ਇਹ ਪਹਿਲੀ ਇਕੁਏਸ਼ਨ ਹੈ ਜਿੱਥੇ a1 a1 2 ਅਤੇ a1n ਇਹ ਗੁਣਾਂਕ ਹਨ। ਇਸ ਲਈ ਇਹ ਰੀਅਲ ਨੰਬਰ ਹਨ ਅਤੇ x1 x2 x3 ਅਤੇ xn ਉਹ ਅਗਿਆਤ ਹਨ ਅਤੇ b ਦੇ ਰਾਈਟ ਹੈਂਡ ਸਾਈਡ ਫਿਰ ਕੁਝ ਰੀਅਲ ਨੰਬਰ ਹਨ। ਇਸ ਲਈ ਇਸੇ ਤਰ੍ਹਾਂ ਸਾਡੇ ਕੋਲ ਦੂਜੀ ਇਕੁਏਸ਼ਨ ਹੈ ਜਿਸ ਨੂੰ ਅਸੀਂ a21 ਦੁਆਰਾ ਦਰਸਾਇਆ ਹੈ। 2 2 ਅਤੇ 2n ਇਹ ਕ੍ਰਮਵਾਰ x1 x2 xn ਦੇ ਗੁਣਾਂਕ ਹਨ ਅਤੇ ਰਾਈਟ ਹੈਂਡ ਸਾਈਡ ਨੂੰ b1 ਦੁਆਰਾ ਦਰਸਾਇਆ ਗਿਆ ਹੈ। ਇਸ ਲਈ ਇੱਥੇ ਸਾਡੇ ਕੋਲ m1 m ਇਕੁਏਸ਼ਨ ਹਨ। ਇਸ ਲਈ ਅਸੀਂ m ਇਕੁਏਸ਼ਨ ਅਤੇ n ਅਗਿਆਤ ਮੰਨੇ ਹਨ। ਇਸ ਲਈ ਇੱਥੇ ਸਾਡੇ ਕੋਲ m1 m2 mn ਹਨ ਅਤੇ ਇਹ x1 x2 x3 xn ਦੇ ਗੁਣਾਂਕ ਹਨ ਅਤੇ ਰਾਈਟ ਹੈਂਡ ਸਾਈਡ bm ਹੈ। ਇਸ ਲਈ ਸਾਡੇ ਕੋਲ 1 2 ਅਤੇ ਇਸ ਤਰ੍ਹਾਂ m ਇਕੁਏਸ਼ਨਸ ਹਨ ਅਤੇ x1 x2 x3 xn ਇਹ ਅਗਿਆਤ ਹਨ। ਇਸ ਲਈ ਮੈਟ੍ਰਿਕਸ ਫਾਰਮ ਵਿੱਚ ਅਸੀਂ ਇਹਨਾਂ ਇਕੁਏਸ਼ਨਸ ਨੂੰ ਹੇਠ ਲਿਖੇ ਅਨੁਸਾਰ ਲਿਖ ਸਕਦੇ ਹਾਂ। ਇੱਕ x b ਦੇ ਇਕੁਅਲ ਹੈ। ਇਸ ਲਈ ਇੱਕ ਕੋਐਫੀਸ਼ੀਐਂਟ ਮੈਟ੍ਰਿਕਸ x ਅਗਿਆਤ ਦਾ ਵੈਕਟਰ ਹੋਵੇਗਾ ਜਿਸ ਦਾ ਮਤਲਬ ਹੈ ਕਿ ਇਹ x1 x2 x3 xn ਹੈ ਅਤੇ ਫਿਰ ਸਾਡੇ ਕੋਲ ਇਹ b ਰਾਈਟ ਹੈਂਡ ਸਾਈਡ ਵੈਕਟਰ ਹੈ ਜੋ ਉੱਥੇ ਦਿੱਤਾ ਜਾਂਦਾ ਹੈ। ਇਹ b1 b2 b3 ਅਤੇ bn ਇਹ ਇਸ b ਦਾ ਕੰਪੋਨੈਂਟ ਹੈ। ਇਸ ਲਈ ਇੱਥੇ ਕੋਐਫੀਸ਼ੀਐਂਟ ਮੈਟ੍ਰਿਕਸ ਅਸੀਂ ਇਹਨਾਂ ਗੁਣਾਂਕਾਂ ਨੂੰ a1 a1 2 a1 n ਇਕੱਠਾ ਕਰਾਂਗੇ। ਇਹ ਇਕੁਏਸ਼ਨ ਨੰਬਰ 1 ਦੇ ਕੋਐਫੀਸ਼ੀਐਂਟ ਹਨ। ਇੱਥੇ ਦੂਜੀ ਰੋ ਵਿੱਚ ਇਕੁਏਸ਼ਨ ਨੰਬਰ 2 ਤੋਂ ਕੋਐਫੀਸ਼ੀਐਂਟ ਹੈ ਅਤੇ ਫਿਰ ਆਖਰੀ ਰੋ ਵਿੱਚ m ਇਕੁਏਸ਼ਨ ਦੇ ਕੋਐਫੀਸ਼ੀਐਂਟ ਹੁੰਦੇ ਹਨ। ਇਸ ਲਈ ਇਹ m1 m2 ਅਤੇ mn ਇਸ ਲਈ ਇਹ ਕੋਐਫੀਸ਼ੀਐਂਟ ਮੈਟ੍ਰਿਕਸ ਹੁੰਦਾ ਹੈ ਅਤੇ ਫਿਰ ਸਾਡੇ ਕੋਲ ਅਗਿਆਤ ਵੈਕਟਰ ਹੈ ਜਿਸ ਦਾ ਮਤਲਬ ਹੈ x1 x2 x3 xn ਅਤੇ ਸਾਡੇ ਕੋਲ ਰਾਈਟ ਹੈਂਡ ਸਾਈਡ ਵੈਕਟਰ b ਹੈ ਜਿਸ ਦੇ ਕੰਪੋਨੈਂਟ b1 b2 b3 ਅਤੇ bm ਹਨ। ਇਸ ਲਈ ਇਕੁਏਸ਼ਨ ਦਾ ਇੱਕ ਸਿਸਟਮ ਇਕਸਾਰ ਹੁੰਦਾ ਹੈ ਜੋ ਪਰਿਭਾਸ਼ਾ ਹੈ ਜੋ ਅਸੀਂ ਵਰਤਾਂਗੇ। ਇਕੁਏਸ਼ਨ ਦਾ ਸਿਸਟਮ ਇਕਸਾਰ ਹੈ ਜੇਕਰ ਇਸ ਦਾ ਘੱਟੋ ਘੱਟ ਇੱਕ ਸੋਲਿਊਸ਼ਨ ਹੈ ਅਤੇ ਅਸੰਗਤ ਹੈ ਜੇਕਰ ਇਸ ਦਾ ਕੋਈ ਸੋਲਿਊਸ਼ਨ ਨਹੀਂ ਹੈ। ਇਸ ਲਈ ਕਿਉਂਕਿ ਅਸੀਂ ਅੱਜ ਦੇ ਲੈਕਚਰ ਵਿੱਚ ਵੇਖਾਂਗੇ ਕਿ ਉਹਨਾਂ ਸੋਲਿਊਸ਼ਨਜ਼ ਲਈ ਕਈ ਸੰਭਾਵਨਾਵਾਂ ਹਨ ਜਿਨ੍ਹਾਂ ਦਾ ਸਿਸਟਮ ਕੋਲ ਕੋਈ ਸੋਲਿਊਸ਼ਨ ਨਹੀਂ ਹੈ। ਦੂਜਾ ਇਸ ਦਾ ਸੋਲਿਊਸ਼ਨ ਹੈ ਅਤੇ ਇਹ ਯੂਨੀਕ ਹੈ ਕਿ ਤੀਜਾ ਇਸ ਦੇ ਸੋਲਿਊਸ਼ਨ ਹਨ ਅਤੇ ਉਹ ਸੰਖਿਆ ਵਿੱਚ ਇਨਫਾਈਨਾਈਟ ਹਨ। ਇਸ ਲਈ ਇਨਫਾਈਨਾਈਟ ਅਨੇਕ ਸੋਲਿਊਸ਼ਨ ਹਨ। ਇਸ ਲਈ ਇਹ ਤਿੰਨ ਸੰਭਾਵਨਾਵਾਂ ਹਨ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਲਈ ਜਿਨ੍ਹਾਂ ਨੂੰ ਅਸੀਂ ਵੇਖਾਂਗੇ ਅਤੇ ਅਸੀਂ ਇੰਟਰਪ੍ਰੀਟੇਸ਼ਨ ਦੀ ਵੀ ਤਲਾਸ਼ ਕਰਾਂਗੇ। ਇਸ ਲਈ ਦੁਬਾਰਾ ਇਸ ਮੈਟ੍ਰਿਕਸ ਫਾਰਮ ਤੇ ਵਾਪਸ ਆਵਾਂਗੇ ਤਾਂ ਇਹ ਸਮਝਣਾ ਆਸਾਨ ਹੈ। ਇਸ ਲਈ ਸਾਡੇ ਕੋਲ ਇਹ ਮੈਟ੍ਰਿਕਸ A ਅਤੇ ਇਹ x ਹੈ। ਇਸ ਲਈ ਜੇ ਤੁਸੀਂ ਇਸ A ਅਤੇ ਇਸ x ਨੂੰ ਗੁਣਾ ਕਰਦੇ ਹੋ ਇਸ ਲਈ ਸਾਨੂੰ ਇੱਕ ਹੋਰ ਵੈਕਟਰ ਮਿਲੇਗਾ ਜਿਸ ਦਾ ਪਹਿਲਾ ਕੰਪੋਨੈਂਟ ਇਕੁਏਸ਼ਨ ਦੇ ਇਹ ਲੈਫਟ ਹੈਂਡ ਸਾਈਡ ਹੋਵੇਗਾ ਉਸ ਵੈਕਟਰ ਦਾ ਦੂਜਾ ਭਾਗ ਜਦੋਂ ਅਸੀਂ ਇਸ ਨੂੰ ਇਹ x ਦਾ ਮਲਟੀਪਲੀਕੇਸ਼ਨ ਕਰਦੇ ਹਾਂ। a ਅਤੇ x ਇਸ ਵੈਕਟਰ ਦਾ ਦੂਜਾ ਕੰਪੋਨੈਂਟ ਹੈ। x ਇਸ ਦੂਜੀ ਇਕੁਏਸ਼ਨ ਦੇ ਲੈਫਟ ਹੈਂਡ ਸਾਈਡ ਹੋਵੇਗਾ ਅਤੇ ਇਸ ਤਰ੍ਹਾਂ ਅਤੇ ਫਿਰ ਸਾਡੇ ਕੋਲ ਰਾਈਟ ਹੈਂਡ ਸਾਈਡ ਵੈਕਟਰ ਇੱਥੇ b ਹੈ ਜਿਸ ਦੇ ਕੰਪੋਨੈਂਟ a b1 b2 b3 ਅਤੇ bm ਹਨ। ਇਸ ਲਈ ਹਰੇਕ ਕੰਪੋਨੈਂਟ ਦੀ ਤੁਲਨਾ ਜੋ ਅਸੀਂ ਅਸਲ ਵਿੱਚ ਪ੍ਰਾਪਤ ਕਰਾਂਗੇ ਅਸੀਂ ਇਹਨਾਂ ਇਕੁਏਸ਼ਨਸ ਤੇ ਵਾਪਸ ਆਵਾਂਗੇ। ਇਸ ਲਈ ਇਸ x ਵਿੱਚ ਲਿਖਣ ਵਾਲਾ ਇਹ ਸਿਸਟਮ b ਦੇ ਬਰਾਬਰ ਹੈ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਸ ਦੇ ਇਕੁਅਲ ਹੈ ਜਿੱਥੇ ਸਾਡੇ ਜਨਰਲ ਤੌਰ ਤੇ m ਇਕੁਏਸ਼ਨ ਅਤੇ n ਅਗਿਆਤ ਹਨ। ਅਸੀਂ ਇੱਥੇ ਵਿਚਾਰ ਕੀਤਾ ਹੈ
ਅਤੇ ਫਿਰ ਆਓ ਇੱਕ ਸਧਾਰਨ ਉਦਾਹਰਨ ਲਈਏ। ਤਾਂ ਜੋ ਸਾਡੇ ਕੋਲ ਇਹ x + 2y 4 ਦੇ ਇਕੁਅਲ ਹੈ। ਇੱਕ ਇਕੁਏਸ਼ਨ ਅਤੇ ਫਿਰ ਸਾਡੇ ਕੋਲ ਇੱਕ ਹੋਰ ਇਕੁਏਸ਼ਨ ਹੈ ਜੋ ਦਿੱਤਾ ਗਿਆ ਹੈ x - y 1 ਦੇ ਇਕੁਅਲ ਹੈ। ਇਸ ਲਈ ਇਹਨਾਂ ਦੋ ਸਮੀਕਰਨਾਂ ਤੇ ਵਿਚਾਰ ਕਰਨਾ ਕਿਉਂਕਿ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਬਹੁਤ ਆਸਾਨ ਹੋਵੇਗੀ ਅਤੇ ਫਿਰ ਅਸੀਂ ਵਧੇਰੇ ਵੇਰੀਏਬਲਾਂ ਲਈ ਸੰਕਲਪ ਨੂੰ ਆਮ ਬਣਾ ਸਕਦੇ ਹਾਂ। ਇਸ ਲਈ ਆਓ ਅਸੀਂ ਇਸ ਇਕੁਏਸ਼ਨ ਨੂੰ ਨੰਬਰ 1 ਕਹੀਏ ਕਿਉਂਕਿ ਇਹ ਇੱਕ ਲਾਈਨਾਂ ਦੀ ਇਕੁਏਸ਼ਨ ਹੈ, ਇਸ ਲਈ ਅਸੀਂ ਇਸ ਨੂੰ L1 ਕਹਿ ਰਹੇ ਹਾਂ। ਅਤੇ ਇੱਥੇ ਇਹ L2 ਦੂਜੀ ਲਾਈਨ ਦੀ ਇਕੁਏਸ਼ਨ ਹੈ ਜੋ x - y = 1 ਦੁਆਰਾ ਦਿੱਤੀ ਗਈ ਹੈ। ਇਸ ਲਈ ਇਸ ਸਥਿਤੀ ਵਿੱਚ ਜਦੋਂ ਅਸੀਂ ਸਿਰਫ ਦੋ ਵੇਰੀਏਬਲ x ਅਤੇ y ਤੇ ਵਿਚਾਰ ਕਰ ਰਹੇ ਹਾਂ, ਇਹ ਇਕੁਏਸ਼ਨ ਸਿਸਟਮ ਦੇ ਇਕੁਏਸ਼ਨ ਲਾਈਨਾਂ ਦੀ ਇਕੁਏਸ਼ਨ ਤੋਂ ਇਲਾਵਾ ਕੁਝ ਨਹੀਂ ਹਨ। ਇਸ ਲਈ ਅਸੀਂ ਇਸ ਸਿਸਟਮ ਨੂੰ ਮੈਟ੍ਰਿਕਸ ਦੇ ਰੂਪ ਵਿੱਚ ਵੀ ਲਿਖ ਸਕਦੇ ਹਾਂ। ਇਸ ਲਈ ਇਹ ਕੋਐਫੀਸ਼ੀਐਂਟ ਮੈਟ੍ਰਿਕਸ ਹੋਵੇਗਾ ਜਿੱਥੇ ਅਸੀਂ ਪਹਿਲੀ ਇਕੁਏਸ਼ਨ ਤੋਂ ਕੋਐਫੀਸ਼ੀਐਂਟ ਨੂੰ ਇਕੱਤਰ ਕਰਾਂਗੇ ਜੋ 1 ਅਤੇ 2 ਉੱਥੇ ਹੈ, ਅਤੇ ਦੂਜੀ ਇਕੁਏਸ਼ਨ ਵਿੱਚ ਸਾਡੇ ਕੋਲ 1 ਅਤੇ -1 ਕੋਐਫੀਸ਼ੀਐਂਟ ਹਨ। ਰਾਈਟ ਹੈਂਡ ਸਾਈਡ ਵੈਕਟਰ 4 ਅਤੇ 1 ਹੈ ਜੋ ਇੱਥੇ ਲਿਖਿਆ ਗਿਆ ਹੈ ਅਤੇ ਫਿਰ ਅਗਿਆਤਾਂ ਦਾ ਵੈਕਟਰ ਜੋ xy ਹੈ। ਇਸ ਲਈ ਅਸੀਂ ਇਸ ਇਕੁਏਸ਼ਨ ਨੂੰ ਇਹਨਾਂ ਸਮੀਕਰਨਾਂ ਨੂੰ ਮੈਟ੍ਰਿਕਸ ਵੈਕਟਰ ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਹੁਣ ਅਸੀਂ ਇਹਨਾਂ ਸਮੀਕਰਨਾਂ ਦੇ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਅਤੇ ਮੂਲ ਰੂਪ ਵਿੱਚ ਸੋਲਿਊਸ਼ਨ ਦੀ ਤਲਾਸ਼ ਕਰਦੇ ਹਾਂ। ਇਸ ਲਈ ਇੱਥੇ ਇਹ ਪਹਿਲੀ ਇਕੁਏਸ਼ਨ x + y 4 ਦੇ ਇਕੁਅਲ ਹੈ। ਇਸ ਲਈ ਜੇ ਅਸੀਂ ਇੱਥੇ ਵੇਖੀਏ ਤਾਂ ਅਸੀਂ ਆਸਾਨੀ ਨਾਲ ਇਸ ਨੂੰ ਪਲੋਟ ਕਰ ਸਕਦੇ ਹਾਂ। ਇਸ ਲਈ ਜਦੋਂ x 0 ਹੈ ਤਾਂ y 2 ਹੈ, ਇਸ ਲਈ ਇਹ ਅਸਲ ਵਿੱਚ ਪੁਆਇੰਟ 2 0 ਹੈ, ਅਤੇ ਫਿਰ ਸਾਡੇ ਕੋਲ ਜਦੋਂ y 0 ਹੈ ਤਾਂ x 4 ਹੈ। ਇਸ ਲਈ ਇਹ ਪੁਆਇੰਟ 4 ਅਤੇ 0 ਹੈ। ਇਸ ਲਈ ਇਹ ਇਕੁਏਸ਼ਨ ਨੰਬਰ 1 ਹੈ ਅਤੇ ਫਿਰ ਸਾਡੇ ਕੋਲ ਇਕੁਏਸ਼ਨ ਨੰਬਰ 2 ਹੈ ਅਤੇ ਨਾਲ ਹੀ ਇਹ x - y 1 ਦੇ ਇਕੁਅਲ ਹੈ, ਜੋ ਕਿ ਇਸ ਲਾਲ ਲਾਈਨ ਦੁਆਰਾ ਦਿੱਤਾ ਗਿਆ ਹੈ। ਇਸ ਲਈ ਇੱਥੇ ਜਦੋਂ x 0 ਹੈ, y - 1 ਹੈ ਤਾਂ ਇਹ ਪੁਆਇੰਟ -1 0 ਹੈ, ਅਤੇ ਫਿਰ ਸਾਡੇ ਕੋਲ ਉਦਾਹਰਨ ਦੇ ਲਈ ਇੱਥੇ ਇੱਕ ਹੋਰ ਪੁਆਇੰਟ ਹੋ ਸਕਦਾ ਹੈ ਜਦੋਂ y 0 ਹੈ x 1 ਹੈ ਤਾਂ ਇਹ ਪੁਆਇੰਟ 1 0 ਹੈ, ਅਤੇ ਫਿਰ ਅਸੀਂ x - y = 1 ਦੁਆਰਾ ਦਿੱਤੀ ਗਈ ਇਹ ਲਾਈਨ ਖਿੱਚ ਸਕਦੇ ਹਾਂ। ਹੁਣ ਸਵਾਲ ਇਹ ਹੈ ਕਿ ਜਿਵੇਂ ਕਿ ਅਸੀਂ ਇਸ ਚਿੱਤਰ ਵਿੱਚ ਦੇਖਦੇ ਹਾਂ ਕਿ ਉਹ ਇੱਥੇ ਕਿਸੇ ਪੁਆਇੰਟ ਤੇ ਇੰਟਰਸੈਕਟ ਕਰਦੇ ਹਨ, ਆਓ ਇੱਥੇ ਇਸ ਇੰਟਰਸੈਕਸ਼ਨ ਪੁਆਇੰਟ ਨੂੰ ਕੰਪਿਊਟ ਕਰੀਏ। ਇਸ ਲਈ ਜੇ ਅਸੀਂ ਜੋੜਦੇ ਹਾਂ, ਜੇ ਅਸੀਂ ਇਕੁਏਸ਼ਨ ਨੰਬਰ 1 ਤੋਂ ਇਕੁਏਸ਼ਨ ਨੰਬਰ 2 ਨੂੰ ਸਬਟ੍ਰੈਕਟ ਹਾਂ, ਇਸ ਲਈ ਅਸੀਂ ਇੱਥੇ ਪ੍ਰਾਪਤ ਕਰਾਂਗੇ x ਕੱਟਿਆ ਜਾਵੇਗਾ ਅਤੇ ਫਿਰ ਅਸੀਂ 3y = 3 ਪ੍ਰਾਪਤ ਕਰਾਂਗੇ ਜੋ ਸਾਨੂੰ y = 1 ਦਿੰਦਾ ਹੈ। ਇਸ ਲਈ y ਦਾ ਕੋਆਰਡੀਨੇਟ ਅਤੇ ਫਿਰ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਸਮੀਕਰਨਾਂ ਵਿੱਚ ਭਰ ਸਕਦੇ ਹਾਂ। ਇਸ ਲਈ ਉਦਾਹਰਨ ਲਈ x = 1 + y ਭਾਵ 2 ਪ੍ਰਾਪਤ ਕਰੋ। ਤਾਂ ਇੱਥੇ ਇਹ ਦੋਵੇਂ ਲਾਈਨਾਂ ਇਸ ਪੁਆਇੰਟ ਤੇ ਇੰਟਰਸੈਕਟ ਹੁੰਦੀਆਂ ਹਨ, ਇੱਥੇ 2 ਅਤੇ 1। ਇਸ ਲਈ ਅਸੀਂ ਇੱਥੇ 2 ਅਤੇ 1 ਲਿਖ ਸਕਦੇ ਹਾਂ। ਹੁਣ ਇਕੁਏਸ਼ਨਸ ਦੇ ਇਸ ਸਿਸਟਮ ਆਫ ਇਕੁਏਸ਼ਨਸ ਦੇ ਸੋਲਿਊਸ਼ਨ ਬਾਰੇ ਗੱਲ ਕਰ ਰਹੇ ਹਾਂ ਤਾਂ ਸੋਲਿਊਸ਼ਨ ਦਾ ਮਤਲਬ ਪੁਆਇੰਟ x y ਹੈ ਜੋ ਦੋਵਾਂ ਇਕੁਏਸ਼ਨਸ ਨੂੰ ਸੰਤੁਸ਼ਟ ਕਰਦਾ ਹੈ। ਇਸ ਲਈ ਇੱਥੇ ਸਪਸ਼ਟ ਤੌਰ ਤੇ ਇਹ ਪੁਆਇੰਟ ਇੱਥੇ ਲਾਲ ਲਾਈਨ ਤੇ ਹੈ ਅਤੇ ਇਹ ਪੁਆਇੰਟ ਨੀਲੀ ਲਾਈਨ ਤੇ ਵੀ ਹੈ। ਤਾਂ ਸੁਭਾਵਿਕ ਤੌਰ ਤੇ ਇਹ ਪੁਆਇੰਟ ਜਿੱਥੇ x 2 ਅਤੇ y 1 ਹੈ ਦੋਵਾਂ ਇਕੁਏਸ਼ਨਸ ਨੂੰ ਸੰਤੁਸ਼ਟ ਕਰਦਾ ਹੈ। ਇਸ ਨੂੰ ਦੋਵਾਂ ਇਕੁਏਸ਼ਨਸ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੋਵਾਂ ਲਾਈਨਾਂ ਤੇ ਸਥਿਤ ਹੈ। ਅਤੇ ਅਸੀਂ ਇੱਥੇ ਹੋਰ ਕੀ ਵੇਖਦੇ ਹਾਂ, ਇਸ ਲਈ ਸਿਸਟਮ ਦਾ ਸੋਲਿਊਸ਼ਨ x = 2 ਅਤੇ y = 1 ਹੈ। ਅਤੇ ਇੱਥੇ ਧਿਆਨ ਦੇਣ ਵਾਲਾ ਦੂਜਾ ਪੁਆਇੰਟ ਇਹ ਦੇਖਿਆ ਜਾਂਦਾ ਹੈ ਕਿ ਇਹ ਇੱਕੋ ਇੱਕ ਬਿੰਦੂ ਹੈ ਜਿੱਥੇ ਇਹ ਦੋਵੇਂ ਲਾਈਨਾਂ ਇੰਟਰਸੈਕਟ ਹੁੰਦੀਆਂ ਹਨ, ਜਾਂ ਇਹ ਦੋਵਾਂ ਲਾਈਨਾਂ ਤੇ ਇੱਕ ਕਾਮਨ ਪੁਆਇੰਟ ਹੈ। ਤਾਂ ਜੋ ਇਹ ਹੁਣ ਸੋਲਿਊਸ਼ਨ ਬਣ ਜਾਵੇ। ਇਸ ਸਥਿਤੀ ਵਿੱਚ ਸਾਨੂੰ ਜੋ ਮਿਲਿਆ, ਉਹ ਸਾਨੂੰ ਯੂਨੀਕ ਸੋਲਿਊਸ਼ਨ ਮਿਲਿਆ ਹੈ। ਕਿਉਂਕਿ ਇਹ ਦੋਵੇਂ ਲਾਈਨਾਂ ਬਿਲਕੁਲ ਇੱਕ ਪੁਆਇੰਟ ਤੇ ਇੰਟਰਸੈਕਟ ਹੁੰਦੀਆਂ ਹਨ, ਇਸ ਲਈ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਸ ਲਈ ਸੋਲਿਊਸ਼ਨ ਹੋਣ ਦੀ ਕੋਈ ਹੋਰ ਸੰਭਾਵਨਾ ਨਹੀਂ ਹੈ। ਅਤੇ ਇਹ ਕੀ ਹੈ, ਅਸੀਂ ਇਸ ਨੂੰ ਯੂਨੀਕ ਸੋਲਿਊਸ਼ਨ ਦੀ ਸਥਿਤੀ ਕਹਿੰਦੇ ਹਾਂ। ਇਸ ਲਈ ਇਸ ਵਿਸ਼ੇਸ਼ ਸਥਿਤੀ ਵਿੱਚ ਜਦੋਂ ਅਸੀਂ ਇਹਨਾਂ ਦੋ ਸਰਲ ਸਮੀਕਰਨਾਂ ਤੇ ਵਿਚਾਰ ਕੀਤਾ ਹੈ ਤਾਂ ਅਸੀਂ ਯੂਨੀਕ ਸੋਲਿਊਸ਼ਨ ਪ੍ਰਾਪਤ ਕਰ ਰਹੇ ਹਾਂ। ਜੇ ਅਸੀਂ ਇੱਥੇ ਕਿਸੇ ਹੋਰ ਸਥਿਤੀ ਕੰਸੀਡਰ ਕਰਦੇ ਹਾਂ, ਨਾ ਕਿ ਕੋਈ ਹੋਰ ਸਥਿਤੀ, ਤਾਂ ਅਸੀਂ ਇੱਕੋ ਇਕੁਏਸ਼ਨ ਦੇ ਇੱਕ ਹੋਰ ਇੰਟਰਪ੍ਰੀਟੇਸ਼ਨ ਦੀ ਵੈਕਟਰਾਂ ਦੀਆਂ ਟਰਮਜ਼ ਵਿੱਚ ਤਲਾਸ਼ ਕਰਾਂਗੇ। ਇਸ ਲਈ ਅਸੀਂ ਦੇਖਿਆ ਹੈ ਕਿ ਸਾਡੇ ਕੋਲ ਇਹ ਦੋ ਇਕੁਏਸ਼ਨ ਹਨ ਜੋ ਅਸੀਂ ਇਸ ਮੈਟ੍ਰਿਕਸ ਵੈਕਟਰ ਮਲਟੀਪਲੀਕੇਸ਼ਨ ਦੇ ਰੂਪ ਵਿੱਚ ਵੀ ਲਿਖੇ ਹਨ।
ਪਰ ਇਸ ਇਕੁਏਸ਼ਨ ਨੂੰ ਲਿਖਣ ਦਾ ਇੱਕ ਹੋਰ ਤਰੀਕਾ ਹੈ ਕਿਉਂਕਿ ਜੇ ਮੈਂ ਇੱਥੇ ਇਸ x ਪਲੱਸ 2y ਅਤੇ ਦੂਜੀ ਇਕੁਏਸ਼ਨ x ਮਾਈਨਸ y ਕੰਸੀਡਰ ਕਰਦਾ ਹਾਂ, ਇਸ ਲਈ ਅਸੀਂ ਇਸ ਸਿਸਟਮ ਨੂੰ ਪਹਿਲੇ ਵੈਕਟਰ ਵਾਂਗ ਵੀ ਲਿਖ ਸਕਦੇ ਹਾਂ। ਮੈਂ ਇਸ ਤੋਂ x ਲਵਾਂਗਾ ਅਤੇ ਇੱਥੋਂ ਵੀ x ਲਵਾਂਗਾ ਅਤੇ ਦੂਜੀ ਇਕੁਏਸ਼ਨ ਵਿੱਚ ਬਚੀ y ਦੀ ਟਰਮ, ਇਸ ਲਈ 2y ਅਤੇ ਫਿਰ ਮਾਈਨਸ y ਇੱਥੇ ਅਤੇ ਫਿਰ ਰਾਈਟ ਹੈਂਡ ਸਾਈਡ 4 ਅਤੇ 1 ਹੈ। ਜਾਂ ਅਸੀਂ ਇਸ ਨੂੰ x ਅਤੇ ਵੈਕਟਰ 1 1 ਪਲੱਸ ਇਸ y ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਇਹ 2 ਮਾਈਨਸ 1 ਵੈਕਟਰ ਇਸ ਵੈਕਟਰ 4 ਅਤੇ 1 ਦੇ ਇਕੁਅਲ ਹੈ। ਇਸ ਲਈ ਅਸੀਂ ਇਸ ਰੂਪ ਵਿੱਚ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਸ ਨੂੰ ਲਿਖਿਆ ਹੈ ਜਿੱਥੇ ਅਸੀਂ ਵੈਕਟਰ ਸਕੇਲਰ ਮਲਟੀਪਲੀਕੇਸ਼ਨ ਨੂੰ ਵੇਖਦੇ ਹਾਂ ਅਤੇ ਇੱਥੇ ਵੈਕਟਰ ਫਿਰ ਸੱਜੇ ਰਾਈਟ ਹੈਂਡ ਸਾਈਡ ਸਕੇਲਰ ਦਾ ਮਤਲਬ ਹੈ ਕਿ ਇਹ ਇੱਥੇ ਨੰਬਰ x ਹੈ। ਇਸ ਲਈ ਹੁਣ ਇਹ ਬਿਲਕੁਲ ਉਹੀ ਹੈ ਜੋ ਇੱਥੇ ਲਿਖਿਆ ਗਿਆ ਸਿਸਟਮ ਆਫ ਇਕੁਏਸ਼ਨਸ ਹੈ। ਕੀ ਇਸ ਨੂੰ ਮੈਟ੍ਰਿਕਸ ਰੂਪ ਦਿੱਤਾ ਜਾਂਦਾ ਹੈ ਜਾਂ ਅਸੀਂ ਇਸ ਵੈਕਟਰ ਰੂਪ ਵਿੱਚ ਵੀ ਲਿਖ ਸਕਦੇ ਹਾਂ ਜਿੱਥੇ x ਨੂੰ ਇਸ ਵੈਕਟਰ 1 1 ਨਾਲ ਗੁਣਾ ਕੀਤਾ ਜਾਂਦਾ ਹੈ, y ਇਸ ਵੈਕਟਰ 2 1 4 1 ਨਾਲ ਗੁਣਾ ਕੀਤਾ ਜਾਂਦਾ ਹੈ। ਇਸ ਲਈ ਇੱਥੇ ਇਸ ਪ੍ਰੋਡਕਟ ਨੂੰ ਵੇਖਣ ਦਾ ਇਹ ਇੱਕ ਹੋਰ ਤਰੀਕਾ ਹੈ ਕਿਉਂਕਿ ਇਸ ਸਥਿਤੀ ਵਿੱਚ ਸਾਡੇ ਕੋਲ ਮੈਟ੍ਰਿਕਸ ਵੈਕਟਰ ਪ੍ਰੋਡਕਟ ਸੀ। ਇਸ ਲਈ ਅਸੀਂ ਇਸ ਰੂਪ ਵਿੱਚ ਇਹ ਵੀ ਵੇਖ ਸਕਦੇ ਹਾਂ ਕਿ ਇਸ x ਨੂੰ ਇਸ ਪਹਿਲੇ ਕਾਲਮ ਵਿੱਚ y ਨੂੰ ਦੂਜੇ ਕਾਲਮ ਵਿੱਚ ਇਨਟੂ ਕੀਤਾ ਜਾਂਦਾ ਹੈ। ਇਹ ਇੱਕ ਤਰੀਕਾ ਹੈ ਕਿ ਅਸੀਂ ਇਸ ਮੈਟ੍ਰਿਕਸ ਅਤੇ ਵੈਕਟਰ ਦਾ ਪ੍ਰੋਡਕਟ ਵੀ ਕਰਦੇ ਹਾਂ। ਰਾਈਟ ਹੈਂਡ ਸਾਈਡ ਸਾਡੇ ਕੋਲ ਇਹ ਵੈਕਟਰ 4 ਅਤੇ 1 ਹੈ। ਇਸ ਲਈ ਹੁਣ ਅਸੀਂ ਇਸ ਵੈਕਟਰ ਦੇ ਇਸ ਪਹਿਲੂ ਨੂੰ ਵੇਖਾਂਗੇ ਕਿ ਅਸੀਂ ਇੱਥੇ ਇਸ ਵੈਕਟਰ ਨੂੰ ਕੁਝ ਮਲਟੀਪਲੀਕੇਸ਼ਨ ਦੇ ਨਾਲ ਜੋੜ ਰਹੇ ਹਾਂ ਪਲੱਸ ਇੱਕ ਹੋਰ ਵੈਕਟਰ ਨੂੰ ਕੁਝ ਗੁਣਾ ਨਾਲ ਜੋੜ ਰਹੇ ਹਾਂ ਅਤੇ ਇਹ ਸਾਨੂੰ ਇਹ 4 ਅਤੇ 1 ਦੇਣਾ ਚਾਹੀਦਾ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਇਹਨਾਂ x ਅਤੇ y ਦੇ ਨਾਲ ਇਹਨਾਂ ਦੋ ਵੈਕਟਰਾਂ ਦਾ ਸੁਮੇਲ ਸੰਭਵ ਹੈ ਜਾਂ ਨਹੀਂ। ਅਸੀਂ ਇਹ 4 ਅਤੇ 1 ਪ੍ਰਾਪਤ ਕਰ ਸਕਦੇ ਹਾਂ, ਇਸ ਲਈ ਅਸੀਂ ਇੱਥੇ ਇਸ ਵੈਕਟਰ ਨੂੰ 1 ਅਤੇ 1 ਪਲੋਟ ਕਰਾਂਗੇ। ਇਸ ਲਈ x ਦੀ ਦਿਸ਼ਾ ਵਿੱਚ ਸਾਡੇ ਕੋਲ ਇੱਥੇ 1 ਹੈ, y ਦੀ ਕਿਸੇ ਦਿਸ਼ਾ ਵਿੱਚ ਸਾਡੇ ਕੋਲ ਫਿਰ 1 ਹੈ। ਇਸ ਲਈ ਇਹ ਇੱਕ ਵੈਕਟਰ ਹੈ ਜੋ ਇਸ 1 1 ਦੁਆਰਾ ਦਿੱਤਾ ਗਿਆ ਹੈ ਅਤੇ ਹੁਣ ਸਾਡੇ ਕੋਲ ਇੱਥੇ ਇੱਕ ਹੋਰ ਵੈਕਟਰ ਹੈ 2 1 ਅੱਗੇ ਇਸੇ x ਐਕਸਿਸ ਤੋਂ n ਫਿਰ 1। ਇਸ ਲਈ ਸਾਡੇ ਕੋਲ ਇੱਥੇ ਇੱਕ ਹੋਰ ਵੈਕਟਰ ਹੈ ਇਹ 2 1 ਅਤੇ ਤੀਜਾ ਵੈਕਟਰ ਜੋ ਕਿ ਇੱਥੇ ਇਸ ਇਕੁਏਸ਼ਨ ਵਿੱਚ ਵੇਖਿਆ ਗਿਆ ਹੈ ਜੋ ਕਿ 4 1 ਹੈ। ਇਸ ਲਈ ਆਓ ਉਸ 2 ਨੂੰ ਇੱਥੇ ਪਲੋਟ ਕਰੀਏ ਤਾਂ ਇਹ 4 1 ਹੋਣਗੇ। ਇਸ ਲਈ ਸਾਡੇ ਕੋਲ ਇਹ 4 ਵੈਕਟਰ ਹਨ ਅਤੇ 3 ਵੈਕਟਰ, ਇਸ ਲਈ 1 1 1 ਹੈ ਫਿਰ 2 1 ਅਤੇ ਫਿਰ ਸਾਡੇ ਕੋਲ ਇਹ 4 1 ਹੈ। ਹੁਣ ਅਸੀਂ ਇਸ ਸੰਭਾਵਨਾ ਦੀ ਭਾਲ ਕਰਾਂਗੇ ਕਿ ਕੀ ਇਹ ਵੈਕਟਰ ਤੀਜੇ ਵੈਕਟਰ ਨੂੰ ਇਹ 4 ਅਤੇ 1 ਪ੍ਰਾਪਤ ਕਰਨ ਲਈ ਇਹਨਾਂ ਦੋ ਵੈਕਟਰਾਂ ਦਾ ਸੁਮੇਲ ਹੋਣਾ ਸੰਭਵ ਹੈ ਜਾਂ ਨਹੀਂ। ਅਤੇ ਇਸ ਵਿਸ਼ੇਸ਼ ਸਥਿਤੀ ਵਿੱਚ ਇਹ ਵੇਖਣਾ ਬਹੁਤ ਆਸਾਨ ਹੈ ਕਿ ਜੇ ਅਸੀਂ ਇੱਥੇ ਇਸ ਲਾਲ ਵੈਕਟਰ ਨੂੰ ਇਸ ਨੀਲੇ ਵੈਕਟਰ ਦੇ 2 ਟਾਈਮਸ ਜੋੜਦੇ ਹਾਂ, ਇਸ ਲਈ 2 ਟਾਈਮਸ ਨੀਲੇ ਵੈਕਟਰ ਦੇ ਅਸੀਂ ਇੱਥੇ ਬਿਲਕੁਲ ਉਹੀ ਪੁਆਇੰਟ ਪ੍ਰਾਪਤ ਕਰਾਂਗੇ ਜਾਂ ਉਸ ਵੈਕਟਰ 4 ਅਤੇ 1 ਨੂੰ ਪ੍ਰਾਪਤ ਕਰਾਂਗੇ। ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਇਸ 2 1 ਵੈਕਟਰ ਵਿੱਚ 2 ਟਾਈਮਸ 1 1 ਵੈਕਟਰ ਜੋੜ ਰਹੇ ਹਾਂ। ਇਸ ਲਈ ਇਸ ਲੈਂਥ ਨੂੰ ਹੁਣ ਇਸ ਵੈਕਟਰ ਦੇ 2 ਟਾਈਮਸ ਦੁੱਗਣਾ ਕੀਤਾ ਜਾਂਦਾ ਹੈ, ਮਤਲਬ ਹੈ ਕਿ ਦਿਸ਼ਾ ਇੱਕੋ ਜਿਹੀ ਹੋਵੇਗੀ ਅਤੇ ਫਿਰ ਲੈਂਥ ਦੁੱਗਣੀ ਹੋ ਜਾਂਦੀ ਹੈ। ਇਸ ਲਈ ਇੱਥੇ ਸਾਡੇ ਕੋਲ ਇਹ 2 ਟਾਈਮਸ 1 1 ਹੈ ਅਤੇ ਫਿਰ ਸਾਨੂੰ ਬਿਲਕੁਲ ਇਹ ਵੈਕਟਰ ਮਿਲ ਰਿਹਾ ਹੈ ਜੋ 4 ਅਤੇ 1 ਸੀ। ਇਸ ਲਈ ਅਸੀਂ ਇੱਥੇ ਵੈਕਟਰ ਦੀਆਂ ਟਰਮਜ਼ ਵਿੱਚ ਕੀ ਵੇਖਦੇ ਹਾਂ ਕਿ 1 ਟਾਈਮ 2 ਟਾਈਮਸ 1 1, ਇਸ ਲਈ 2 ਟਾਈਮਸ 1 1 ਅਤੇ 1 ਟਾਈਮ ਇਹ 2 1 ਬਿਲਕੁਲ ਰਾਈਟ ਹੈਂਡ ਸਾਈਡ ਵੈਕਟਰ ਦੇਵੇਗਾ। ਅਤੇ ਹੋਰ ਕੀ ਹੈ ਜੋ ਅਸੀਂ ਵੇਖਦੇ ਹਾਂ ਕਿ ਇਸ ਵੈਕਟਰ ਨੂੰ 4 ਅਤੇ 1 ਹੋਣ ਦੀ ਇੱਕੋ ਇੱਕ ਸੰਭਾਵਨਾ ਹੈ ਕਿਉਂਕਿ ਜੇ ਅਸੀਂ ਜੋੜਦੇ ਹਾਂ, ਉਦਾਹਰਣ ਦੇ ਲਈ ਜੇ ਅਸੀਂ ਇਸ ਲਾਲ ਵੈਕਟਰ ਨੂੰ ਕੁਝ ਮਲਟੀਪਲੀਕੇਸ਼ਨ ਦੁਆਰਾ ਉਲਟਾਉਂਦੇ ਹਾਂ ਤਾਂ ਅਸੀਂ ਕਿਤੇ ਅਤੇ ਫਿਰ ਇਸ ਵਿੱਚ ਹੋਵਾਂਗੇ। ਅਸੀਂ ਜਿਸ ਵੀ ਤਰੀਕੇ ਨਾਲ ਜਾਂਦੇ ਹਾਂ ਅਸੀਂ ਇਸ ਪੁਆਇੰਟ ਤੱਕ ਨਹੀਂ ਪਹੁੰਚ ਸਕਦੇ। ਇਸ ਲਈ ਇਹ 4 1 ਵੈਕਟਰ ਪ੍ਰਾਪਤ ਕਰਨ ਲਈ ਇਹਨਾਂ ਦੋਵਾਂ ਵੈਕਟਰਾਂ ਦਾ ਯੂਨੀਕ ਨਿਰੂਪਣ ਹੈ ਅਤੇ ਇਹੀ ਯੂਨੀਕ ਸੋਲਿਊਸ਼ਨ ਦੀ ਸਥਿਤੀ ਹੈ ਜਿਸ ਨੂੰ ਅਸੀਂ ਉਹਨਾਂ ਸਮੀਕਰਨਾਂ ਦੇ ਇੱਕ ਹੋਰ ਇੰਟਰਪ੍ਰੀਟੇਸ਼ਨ ਵਿੱਚ ਵੇਖਦੇ ਹਾਂ।
ਇਸ ਲਈ ਹੁਣ ਇੱਕ ਹੋਰ ਉਦਾਹਰਨ ਤੇ ਆਉਂਦੇ ਹੋਏ ਸਾਡੇ ਕੋਲ ਹੁਣ x y 1 ਦੇ ਇਕੁਅਲ ਹੈ ਅਤੇ ਦੂਜੀ ਇਕੁਏਸ਼ਨ ਜਿਸ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ x y 2 ਹੈ। ਇਸ ਲਈ ਇਹ ਇਕੁਏਸ਼ਨ ਨੰਬਰ 1 ਹੈ ਅਤੇ ਫਿਰ ਸਾਡੇ ਕੋਲ ਇੱਥੇ ਇੱਕ ਸਮੀਕਰਨ ਨੰਬਰ 2 ਹੈ। ਇਸ ਲਈ ਜੇ ਅਸੀਂ ਪਹਿਲਾਂ ਇਹਨਾਂ ਦੋ ਸਮੀਕਰਨਾਂ ਨੂੰ ਪਲੋਟ ਕਰਦੇ ਹਾਂ ਤਾਂ ਸਾਡੇ ਕੋਲ ਇੱਥੇ ਇਹ ਪਹਿਲੀ ਇਕੁਏਸ਼ਨ ਹੈ ਜਿੱਥੇ x 0 ਹੈ ਅਤੇ ਫਿਰ y 1 ਹੈ। ਇਸ ਲਈ ਇਹ ਇੱਥੇ ਪੁਆਇੰਟ -1 ਅਤੇ x 0 ਤੇ ਹੈ ਅਤੇ ਦੂਜੀ ਲਾਈਨ x 2 ਦੇ ਇਕੁਅਲ ਹੈ। ਇਸ ਲਈ ਇਸ ਸਥਿਤੀ ਵਿੱਚ ਜਦੋਂ x ਇੱਥੇ 0 ਹੁੰਦਾ ਹੈ ਤਾਂ ਸਾਨੂੰ y ਦਾ ਪੁਆਇੰਟ 2 ਵਜੋਂ ਮਿਲ ਰਿਹਾ ਹੈ। ਇਸ ਲਈ ਇਹ ਇੱਥੇ ਪੁਆਇੰਟ ਹੈ ਅਤੇ ਫਿਰ ਅਸੀਂ ਇਸ ਲਾਈਨ ਨੂੰ ਖਿੱਚ ਸਕਦੇ ਹਾਂ ਜਿਸ ਨਾਲ ਸਲੋਪ 1 ਹੈ ਅਤੇ ਇਸ ਲਾਈਨ ਦੀ ਸਲੋਪ ਵੀ 1 ਹੈ। ਇਸ ਲਈ ਮੂਲ ਰੂਪ ਵਿੱਚ ਜੋ ਅਸੀਂ ਹੁਣ ਮਹਿਸੂਸ ਕਰਦੇ ਹਾਂ ਕਿਉਂਕਿ ਦੋਵੇਂ ਇਕੁਏਸ਼ਨਜ਼ ਇਸ ਇਕੁਏਸ਼ਨ ਦੀ ਸਲੋਪ 1 ਹੈ ਅਤੇ ਇਸ ਇਕੁਏਸ਼ਨ ਵਿੱਚ ਵੀ ਸਲੋਪ ਹੈ। ਇਸ ਲਈ ਦੋਵੇਂ ਇਕੁਏਸ਼ਨ ਮੂਲ ਰੂਪ ਵਿੱਚ ਇੱਕ ਦੂਜੇ ਦੇ ਪੈਰਲਲ ਹਨ। ਇਸ ਲਈ ਜੇ ਅਸੀਂ ਸਿਸਟਮ ਦੇ ਸੋਲਿਊਸ਼ਨ ਬਾਰੇ ਗੱਲ ਕਰੀਏ, ਇਸ ਲਈ ਇਹ ਇਸ ਸਥਿਤੀ ਵਿੱਚ ਐਗਜ਼ਿਸਟ ਨਹੀਂ ਹੈ ਕਿਉਂਕਿ ਲਾਈਨਾਂ ਤੇ ਕੋਈ ਕਾਮਨ ਪੁਆਇੰਟ ਨਹੀਂ ਹੈ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਇਸ ਪੁਆਇੰਟ ਤੇ ਦੋਵਾਂ ਇਕੁਏਸ਼ਨਜ਼ ਇਕੁਏਸ਼ਨ ਨੰਬਰ 1 ਅਤੇ ਇਕੁਏਸ਼ਨ ਨੰਬਰ 2 ਦੋਵਾਂ ਨੂੰ ਸੰਤੁਸ਼ਟ ਕਰੇਗਾ ਕਿਉਂਕਿ ਉਹ ਇੰਟਰਸੈਕਟ ਨਹੀਂ ਕਰਦੇ ਹਨ। ਇਸ ਲਈ ਉਹ ਪੈਰਲਲ ਲਾਈਨਾਂ ਹਨ ਅਤੇ ਇਸ ਸਥਿਤੀ ਵਿੱਚ ਸਾਡੇ ਕੋਲ ਹੁਣ ਇਸ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਜ਼ ਦਾ ਕੋਈ ਸੋਲਿਊਸ਼ਨ ਨਹੀਂ ਹੈ। ਇਸ ਲਈ ਇਸ ਬਹੁਤ ਹੀ ਸਰਲ ਉਦਾਹਰਨ ਦੀ ਸਹਾਇਤਾ ਨਾਲ ਜਿਓਮੈਟ੍ਰੀਕਲ ਧਿਆਨ ਆਪਣੇ ਆਪ ਕਹਿੰਦਾ ਹੈ ਕਿ ਸਾਡੇ ਕੋਲ ਇਕੁਏਸ਼ਨ ਦੀਆਂ ਟਰਮਜ਼ ਵਿੱਚ ਸਿਸਟਮ ਆਫ ਇਕੁਏਸ਼ਨਸ ਦਾ ਸੋਲਿਊਸ਼ਨ ਨਹੀਂ ਹੈ। ਜੇ ਅਸੀਂ ਸਿੱਧਾ ਵੇਖਣਾ ਚਾਹੁੰਦੇ ਹਾਂ ਕਿਉਂਕਿ ਪਹਿਲੀ ਇਕੁਏਸ਼ਨ x y 1 ਦੇ ਇਕੁਅਲ ਹੈ ਅਤੇ ਜੇ ਮੈਂ ਇੱਥੇ ਇਕੁਏਸ਼ਨ ਨੰਬਰ 2 ਨੂੰ -1 ਨਾਲ ਗੁਣਾ ਕਰਦਾ ਹਾਂ, ਅਸੀਂ x y 2 ਪ੍ਰਾਪਤ ਕਰਾਂਗੇ। ਇਸ ਲਈ ਸਾਡੇ ਕੋਲ ਇਹ ਦੋ ਇਕੁਏਸ਼ਨਜ਼ x y 1 ਅਤੇ x y 2 ਹੈ। ਇਸ ਲਈ ਇਹ ਸੰਭਵ ਨਹੀਂ ਹੈ ਕਿਉਂਕਿ ਇਕੁਏਸ਼ਨ ਨੰਬਰ 1 ਵਿੱਚ ਅਸੀਂ ਦੱਸ ਰਹੇ ਹਾਂ ਕਿ x x ਅਤੇ x ਅਤੇ y ਦਾ ਅੰਤਰ 1 ਹੋਵੇਗਾ ਜਦੋਂ ਕਿ ਦੂਜੀ ਇਕੁਏਸ਼ਨ ਵਿੱਚ ਅਸੀਂ ਦੱਸ ਰਹੇ ਹਾਂ ਕਿ x y ਦਾ ਅੰਤਰ -2 ਹੋਵੇਗਾ। ਇਸ ਲਈ ਅਜਿਹਾ ਪੁਆਇੰਟ ਹੋਣਾ ਸੰਭਵ ਨਹੀਂ ਹੈ ਜੋ ਦੋਵਾਂ ਇਕੁਏਸ਼ਨਜ਼ ਨੂੰ ਸੰਤੁਸ਼ਟ ਕਰੇ ਅਤੇ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਵੀ ਇਹੀ ਕਹਿੰਦੀ ਹੈ ਕਿ ਇਹ ਦੋ ਲਾਈਨਾਂ ਆਪਸ ਵਿੱਚ ਇੰਟਰਸੈਕਟ ਨਹੀਂ ਕਰਦੀਆਂ ਅਤੇ ਇਸ ਲਈ ਸਾਡੇ ਕੋਲ ਦਿੱਤੇ ਗਏ ਸਮੀਕਰਨਾਂ ਦੀ ਦਿੱਤੀ ਗਈ ਸਿਸਟਮ ਆਫ ਇਕੁਏਸ਼ਨਸ ਦਾ ਸੋਲਿਊਸ਼ਨ ਨਹੀਂ ਹੋ ਸਕਦਾ। ਖੈਰ, ਇਸ ਲਈ ਇਹ ਲਾਈਨਾਂ ਇੰਟਰਸੈਕਟ ਨਹੀਂ ਕਰਦੀਆਂ ਹਨ ਅਤੇ ਇਹ ਕਿਸੇ ਸੋਲਿਊਸ਼ਨ ਦੀ ਸਥਿਤੀ ਨਹੀਂ ਹੈ। ਇਸ ਲਈ ਹੁਣ ਅਗਲੀ ਇੰਟਰਪ੍ਰੀਟੇਸ਼ਨ ਤੇ ਆ ਰਹੇ ਹਾਂ ਜਿਸਨੂੰ ਅਸੀਂ ਵੈਕਟਰ ਇੰਟਰਪ੍ਰੀਟੇਸ਼ਨ ਕਹਿੰਦੇ ਹਾਂ। ਇਸ ਲਈ ਅਸੀਂ ਇਹਨਾਂ ਸਮੀਕਰਨਾਂ ਨੂੰ ਦੁਬਾਰਾ ਲਿਖ ਸਕਦੇ ਹਾਂ। ਸਿਸਟਮ ਆਫ ਇਕੁਏਸ਼ਨਸ ਵੈਕਟਰ ਦੇ ਰੂਪ ਵਿੱਚ ਇਸ ਰੂਪ ਵਿੱਚ ਹੈ। ਇਸ ਲਈ x ਅਤੇ 1 ਨਾਲ ਗੁਣਾ ਅਤੇ -1 ਅਤੇ y ਨੂੰ -1 ਨਾਲ ਗੁਣਾ ਕੀਤਾ ਜਾਵੇਗਾ ਅਤੇ ਇਹ ਰਾਈਟ ਹੈਂਡ ਸਾਈਡ ਵੈਕਟਰ 1 ਅਤੇ 2 ਹੈ। ਪਿਛਲੀ ਸਥਿਤੀ ਦੇ ਸਿਮਿਲਰ ਆਓ ਇਸ ਵੈਕਟਰ ਨੂੰ ਇੱਥੇ 1 ਖਿੱਚੀਏ ਤਾਂ ਇਹ ਵੈਕਟਰ 1 ਹੈ ਅਤੇ ਫਿਰ ਇੱਥੇ ਦੂਜਾ ਵੈਕਟਰ ਸਾਡੇ ਕੋਲ -1 ਅਤੇ 1 ਹੈ। ਇਸ ਲਈ ਇਹ ਦੋਵੇਂ ਵੈਕਟਰ ਅਤੇ ਤੀਜਾ ਵੈਕਟਰ 1 ਹੈ ਅਤੇ ਇਸ ਲਈ ਤੀਜਾ ਵੈਕਟਰ ਇਹ 1 ਅਤੇ 2 ਹੈ। ਇਹ ਤੀਜਾ ਵੈਕਟਰ 1 ਅਤੇ 2। ਇਸ ਲਈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਇਸ ਵੈਕਟਰ -1 ਅਤੇ 1 y ਵਿੱਚ ਕੁਝ ਨੰਬਰਾਂ ਨੂੰ ਗੁਣਾ ਕਰਕੇ ਜੋੜ ਸਕਦੇ ਹਾਂ ਅਤੇ ਫਿਰ ਅਸੀਂ ਕੁਝ ਨੰਬਰਾਂ ਨੂੰ ਇਸ ਵੈਕਟਰ ਨੂੰ 1 ਅਤੇ -1 ਦੇ ਨਾਲ ਗੁਣਾ ਕਰ ਸਕਦੇ ਹਾਂ। ਪ੍ਰਸ਼ਨ ਇਹ ਹੈ ਕਿ ਕੀ ਅਸੀਂ ਇਸ ਵੈਕਟਰ 1 ਅਤੇ 2 ਨੂੰ ਪ੍ਰਾਪਤ ਕਰਨ ਲਈ ਕੁਝ ਨੰਬਰ ਨੂੰ ਗੁਣਾ ਕਰਕੇ ਇਹਨਾਂ ਦੋਵਾਂ ਨੂੰ ਜੋੜ ਸਕਦੇ ਹਾਂ ਅਤੇ ਜੋ ਇੱਥੇ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਇਹ ਦੋਵੇਂ ਵੈਕਟਰ ਪੈਰਲਲ ਹਨ, ਤਾਂ ਅਸੀਂ ਇਸ ਦੇ ਪੈਰਲਲ ਇਸ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਦੋਵੇਂ ਵੈਕਟਰ ਪਰ ਅਸੀਂ ਉਦਾਹਰਨ ਲਈ ਇੱਥੇ 1 ਅਤੇ 2 ਨਹੀਂ ਪ੍ਰਾਪਤ ਕਰ ਸਕਦੇ ਜੋ ਇਹਨਾਂ ਦੋਵਾਂ ਵੈਕਟਰਾਂ ਦੇ ਪੈਰਲਲ ਨਹੀਂ ਹੈ ਵੈਕਟਰ ਦਿੰਦੇ ਹਨ। ਇਸ ਲਈ ਨਿਸ਼ਚਿਤ ਤੌਰ ਤੇ ਇਹਨਾਂ ਦੋਵਾਂ ਵੈਕਟਰਾਂ ਦੇ ਕਿਸੇ ਵੀ ਸੁਮੇਲ ਦੁਆਰਾ ਜਾਂ ਇਸ ਦੀ ਬਜਾਏ ਅਸੀਂ ਆਮ ਤੌਰ ਤੇ ਇਸ ਨੂੰ ਲੀਨੀਅਰ ਕੰਬੀਨੇਸ਼ਨ ਕਹਿੰਦੇ ਹਾਂ ਅਤੇ ਬਾਅਦ ਵਿੱਚ ਅਸੀਂ ਹੋਰ ਨਾਲ ਆਵਾਂਗੇ।
ਜਾਂ ਇਸ ਦੀ ਬਿਹਤਰ ਪਰਿਭਾਸ਼ਾ ਇਸ ਲਈ ਇੱਥੇ ਇਹਨਾਂ ਦੋਨਾਂ ਵੈਕਟਰਾਂ ਦਾ ਕੋਈ ਵੀ ਲੀਨੀਅਰ ਕੰਬੀਨੇਸ਼ਨ ਸਾਨੂੰ ਵੈਕਟਰ ਨੂੰ ਦੋ ਵਿੱਚੋਂ ਇੱਕ ਨਹੀਂ ਦੇਵੇਗਾ ਅਤੇ ਇਸ ਲਈ ਇਹ ਕੋਈ ਸੋਲਿਊਸ਼ਨ ਨਾ ਹੋਣ ਦੀ ਸਥਿਤੀ ਹੈ। ਇਸ ਲਈ ਇਸ ਕਾਲਮ 1 ਅਤੇ ਇਸ ਕਾਲਮ 2 ਦੇ ਕਿਸੇ ਵੀ ਲੀਨੀਅਰ ਕੰਬੀਨੇਸ਼ਨ ਦੁਆਰਾ ਇਸ ਵੈਕਟਰ 1 ਅਤੇ 2 ਨੂੰ ਪੈਦਾ ਕਰਨਾ ਸੰਭਵ ਨਹੀਂ ਹੈ ਅਤੇ ਇਸ ਲਈ ਇਹ ਕੋਈ ਸੋਲਿਊਸ਼ਨ ਨਹੀਂ ਹੈ। ਇਸ ਲਈ ਇੱਥੇ ਅਗਲੀ ਅਤੇ ਆਖਰੀ ਸਥਿਤੀ ਤੇ ਆਉਣਾ ਜਿੱਥੇ ਅਸੀਂ ਸਿਸਟਮ ਨੂੰ x ਘਟਾਓ y 2 ਅਤੇ -x + y -2 ਵਜੋਂ ਕੰਸੀਡਰ ਕਰਦੇ ਹਾਂ। ਇਸ ਲਈ ਇਹ ਸਾਡਾ ਸਿਸਟਮ ਹੈ। ਅਤੇ ਫਿਰ ਜੇ ਅਸੀਂ ਇਸ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਦੀ ਭਾਲ ਕਰਦੇ ਹਾਂ ਤਾਂ ਸਾਨੂੰ ਇਹਨਾਂ ਦੋ ਲਾਈਨਾਂ ਨੂੰ ਪਲੋਟ ਕਰਨ ਦੀ ਜ਼ਰੂਰਤ ਹੈ। ਇਸ ਲਈ ਪਹਿਲੀ x y 2 ਦੇ ਇਕੁਅਲ ਹੈ ਜੋ ਇਸ ਨੀਲੀ ਰੇਖਾ ਇੱਥੇ x y 2 ਦੁਆਰਾ ਦਿੱਤੀ ਗਈ ਹੈ ਅਤੇ ਹੁਣ ਜੇ ਅਸੀਂ ਇਸ -x + y -2 ਨੂੰ ਖਿੱਚਦੇ ਹਾਂ ਸਾਨੂੰ ਦੁਬਾਰਾ ਉਹੀ ਲਾਈਨ ਮਿਲਦੀ ਹੈ ਕਿਉਂਕਿ ਇਹ ਕੁਝ ਵੀ ਨਹੀਂ ਹੈ ਪਰ ਇੱਥੇ ਇੱਕੋ ਇਕੁਏਸ਼ਨ ਹੈ। ਜੇਕਰ ਤੁਸੀਂ -1 ਤੋਂ ਦੂਜੀ ਇਕੁਏਸ਼ਨ ਨਾਲ ਮਲਟੀਪਲਾਈ ਕਰਦੇ ਹੋ ਤਾਂ ਤੁਹਾਨੂੰ ਉਹੀ ਇਕੁਏਸ਼ਨ ਮਿਲੇਗੀ। ਇਸ ਲਈ ਮੂਲ ਰੂਪ ਵਿੱਚ ਇਹ ਦੋ ਵੱਖ-ਵੱਖ ਇਕੁਏਸ਼ਨ ਨਹੀਂ ਹਨ। ਇਹ ਉਹੀ ਇਕੁਏਸ਼ਨ ਹੈ ਜੋ ਸਾਡੇ ਕੋਲ ਸਿਰਫ ਇੱਕ ਇਕੁਏਸ਼ਨ ਹੈ ਅਤੇ ਇਸ ਲਈ ਸਾਨੂੰ ਉਹ ਲਾਈਨ ਮਿਲਦੀ ਹੈ ਜੋ ਲਾਲ ਲਾਈਨ ਇੱਥੇ ਨੀਲੀ ਲਾਈਨ ਤੇ ਹੈ। ਇਸ ਲਈ ਉਹ ਇੱਕੋ ਜਿਹੇ ਹਨ। ਇਹ ਦੋਵੇਂ ਇੱਕੋ ਲਾਈਨਾਂ ਹਨ। ਅਤੇ ਹੁਣ ਸੁਭਾਵਿਕ ਤੌਰ ਤੇ ਕੋਈ ਵੀ ਪੁਆਇੰਟ ਜੋ ਅਸੀਂ ਇਸ ਲਾਈਨ ਤੇ ਲੈਂਦੇ ਹਾਂ ਮੇਰਾ ਮਤਲਬ ਹੈ ਕਿ ਉਹ ਇੱਕੋ ਲਾਈਨ ਹਨ ਤਾਂ ਜੋ ਅਸੀਂ ਇੱਥੇ ਲਾਈਨ ਤੇ ਇੱਕ ਪੁਆਇੰਟ ਲੈ ਸਕੀਏ ਅਤੇ ਇਹ ਦੋਵਾਂ ਇਕੁਏਸ਼ਨਜ਼ ਨੂੰ ਸੰਤੁਸ਼ਟ ਕਰੇਗਾ। ਇੱਥੇ ਸਾਡੇ ਕੋਲ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਜ਼ ਦੇ ਸੋਲਿਊਸ਼ਨ ਲਈ ਬੇਅੰਤ ਸੰਭਾਵਨਾਵਾਂ ਹਨ। ਕਿਉਂਕਿ ਜਦੋਂ ਇਹ ਦੋਵੇਂ ਇਕੁਏਸ਼ਨਜ਼ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਦੇਖਣਾ ਆਸਾਨ ਸੀ ਕਿ ਇਹ ਦੋਵੇਂ ਇਕੁਏਸ਼ਨਜ਼ ਇੱਕੋ ਇਕੁਏਸ਼ਨ ਹਨ ਪਰ ਜਦੋਂ ਸਾਡੇ ਕੋਲ ਵਧੇਰੇ ਇਕੁਏਸ਼ਨ ਹੁੰਦੇ ਹਨ ਅਤੇ ਇਹ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਿ ਅਸੀਂ ਇਹ ਪਛਾਣ ਸਕੀਏ ਕਿ ਕਿਹੜੀ ਇਕੁਏਸ਼ਨ ਦੂਜਿਆਂ ਦਾ ਸੁਮੇਲ ਹੈ। ਉਦਾਹਰਨ ਲਈ ਤਾਂ ਅਸੀਂ ਉਹਨਾਂ ਸਾਰੀਆਂ ਸਥਿਤੀਆਂ ਨੂੰ ਥੋੜੀ ਦੇਰ ਬਾਅਦ ਨਜਿੱਠਾਂਗੇ ਪਰ ਇੱਥੇ ਇਸ ਬਹੁਤ ਹੀ ਸਧਾਰਨ ਸਥਿਤੀ ਲਈ ਅਸੀਂ ਇਸ ਨੂੰ ਜਿਓਮੈਟ੍ਰੀਕਲ ਰੂਪ ਤੋਂ ਵੀ ਵੇਖ ਸਕਦੇ ਹਾਂ ਕਿ ਹੁਣ ਇਸ ਸਥਿਤੀ ਵਿੱਚ ਲਾਈਨ ਤੇ ਕੋਈ ਵੀ ਪੁਆਇੰਟ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਜ਼ ਦਾ ਸੋਲਿਊਸ਼ਨ ਹੈ। ਇਸ ਲਈ ਹੁਣ ਇਹ ਅਨੰਤ ਬਹੁਤ ਸਾਰੇ ਸੋਲਿਊਸ਼ਨਜ਼ ਦੀ ਸਥਿਤੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ। ਇਸ ਲਈ ਅਸੀਂ ਸੋਲਿਊਸ਼ਨ ਦੀਆਂ ਤਿੰਨ ਸੰਭਾਵਨਾਵਾਂ ਵੇਖੀਆਂ ਹਨ। ਇੱਕ ਸਥਿਤੀ ਵਿੱਚ ਸਾਡੇ ਕੋਲ ਯੂਨੀਕ ਸੋਲਿਊਸ਼ਨ ਹੈ। ਦੂਜਾ ਸਾਡੇ ਕੋਲ ਇੱਥੇ ਕੋਈ ਸੋਲਿਊਸ਼ਨ ਨਹੀਂ ਹੈ। ਸਾਡੇ ਕੋਲ ਬਹੁਤ ਸਾਰੇ ਸੋਲਿਊਸ਼ਨ ਹਨ। ਇਸ ਲਈ ਆਓ ਇਸ ਸਥਿਤੀ ਦੇ ਲਈ ਵੈਕਟਰ ਇੰਟਰਪ੍ਰੀਟੇਸ਼ਨ ਦੀ ਵੀ ਖੋਜ ਕਰੀਏ। ਇਸ ਲਈ ਸਾਡੇ ਕੋਲ ਇਹ ਦੋ ਇਕੁਏਸ਼ਨਸ ਹਨ ਅਤੇ ਹੁਣ ਅਸੀਂ ਵੈਕਟਰਾਂ ਦੀਆਂ ਟਰਮਜ਼ ਵਿੱਚ ਲਿਖ ਸਕਦੇ ਹਾਂ। ਅਸੀਂ ਫਿਰ ਇਹਨਾਂ ਗੁਣਾਕਾਂ ਨੂੰ x ਨੂੰ 1 ਅਤੇ -1 ਨਾਲ ਗੁਣਾ ਕੀਤਾ ਹੈ। ਜਦੋਂ y ਨੂੰ -1 ਅਤੇ ਇੱਕ ਦੂਜੇ ਵੈਕਟਰ ਨਾਲ ਗੁਣਾ ਕੀਤਾ ਜਾਂਦਾ ਹੈ ਅਤੇ ਫਿਰ ਰਾਈਟ ਹੈਂਡ ਸਾਈਡ ਵੈਕਟਰ ਸਾਡੇ ਕੋਲ 2 ਅਤੇ -2 ਹੁੰਦੇ ਹਨ। ਇਸ ਲਈ ਹੁਣ ਜੇ ਅਸੀਂ ਇਹਨਾਂ ਵੈਕਟਰਾਂ ਨੂੰ ਇੱਥੇ 1 ਪਲੋਟ ਕਰਦੇ ਹਾਂ ਤਾਂ ਸਾਡੇ ਕੋਲ -1 ਅਤੇ ਦੂਸਰਾ 1 -2 ਅਤੇ -2 ਹੈ। ਇਸ ਲਈ ਸਾਡੇ ਕੋਲ ਇਹ ਤਿੰਨ ਵੈਕਟਰ ਹਨ 1 ਅਤੇ ਫਿਰ ਸਾਡੇ ਕੋਲ ਇਹ 1 ਹੈ ਅਤੇ ਦੂਜਾ ਵੈਕਟਰ ਇੱਥੇ ਸਾਡੇ ਕੋਲ ਇਹ 2 ਅਤੇ -2 ਹਨ। ਇਸ ਲਈ ਹੁਣ ਇਹ ਬਹੁਤ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇਹ ਵੈਕਟਰ 2 -1 ਅਸੀਂ ਇਹਨਾਂ ਵਿੱਚੋਂ ਕਿਸੇ ਇੱਕ ਵੈਕਟਰ ਦੁਆਰਾ ਪ੍ਰਾਪਤ ਕਰ ਸਕਦੇ ਹਾਂ ਜਾਂ ਲੀਨੀਅਰ ਕੰਬੀਨੇਸ਼ਨ ਦੁਆਰਾ ਅਸੀਂ ਗੁਣਾ ਕਰ ਸਕਦੇ ਹਾਂ। ਇਸ ਵੈਕਟਰ 2 ਅਤੇ -1 ਨੂੰ ਪ੍ਰਾਪਤ ਕਰਨ ਲਈ ਇਹਨਾਂ ਦੋਵਾਂ ਵੈਕਟਰਾਂ ਦੇ ਇਹ ਲੀਨੀਅਰ ਕੰਬੀਨੇਸ਼ਨ ਹੋਣ ਦੀਆਂ ਬਹੁਤ ਸਾਰੀਆਂ ਅਸੀਮ ਸੰਭਾਵਨਾਵਾਂ ਹਨ ਕਿਉਂਕਿ ਇਹ ਦਿੱਤੇ ਗਏ ਵੈਕਟਰਾਂ ਦੇ ਪੈਰਲਲ ਹੈ। ਅਤੇ ਇਸ ਵੈਕਟਰ ਨੂੰ 2 ਅਤੇ -2 ਪ੍ਰਾਪਤ ਕਰਨ ਲਈ ਹੁਣ ਇਹਨਾਂ ਦੋਵਾਂ ਵੈਕਟਰਾਂ ਨੂੰ ਜੋੜਨ ਦੀਆਂ ਅਸੀਮ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਇਸ ਲਈ ਵੈਕਟਰ ਇੰਟਰਪ੍ਰੀਟੇਸ਼ਨ ਤੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਅਜਿਹੀਆਂ ਸਥਿਤੀਆਂ ਵਿੱਚ ਬੇਅੰਤ ਬਹੁਤ ਸਾਰੇ ਸੋਲਿਊਸ਼ਨ ਹਨ। ਇਸ ਲਈ ਅਤੇ ਹੁਣ ਕਨਕਲੂਜ਼ਨ ਤੇ ਆ ਰਹੇ ਹਾਂ। ਇਸ ਲਈ ਜੋ ਅਸੀਂ ਵੇਖਿਆ ਹੈ ਅਸੀਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਦੀਆਂ ਤਿੰਨ ਸਥਿਤੀਆਂ ਦੇਖੀਆਂ ਹਨ ਜੋ ਇੱਕ ਸਿਸਟਮ ਦੇ ਨਾਲ ਹੋ ਸਕਦੇ ਹਨ ਕਿ ਸਿਸਟਮ ਦਾ ਇੱਕ ਯੂਨੀਕ ਸੋਲਿਊਸ਼ਨ ਹੋਵੇਗਾ ਅਤੇ ਇਹ ਦੋ ਇਕੁਏਸ਼ਨਸ ਦੀਆਂ ਟਰਮਜ਼ ਵਿੱਚ ਅਜਿਹਾ ਸੀ ਜੋ ਅਸੀਂ ਦੋ ਅਗਿਆਤਾਂ ਨਾਲ ਕੰਸੀਡਰ ਕੀਤਾ ਹੈ ਕਿ ਇੱਥੇ ਦੋ ਲਾਈਨਾਂ ਹਨ ਅਤੇ ਉਹ ਬਿਲਕੁਲ ਇੱਕ ਪੁਆਇੰਟ ਤੇ ਆਪਸ ਵਿੱਚ ਇੰਟਰਸੈਕਟ ਹੁੰਦੀਆਂ ਹਨ।
ਅਤੇ ਇਸ ਨੂੰ ਅਸੀਂ ਯੂਨੀਕ ਸੋਲਿਊਸ਼ਨ ਦੀ ਸਥਿਤੀ ਨੂੰ ਕਹਿੰਦੇ ਹਾਂ ਜਿਸ ਦੀ ਅਸੀਂ ਵਿਆਖਿਆ ਵੀ ਕਰ ਸਕਦੇ ਹਾਂ ਜਦੋਂ ਸਾਡੇ ਕੋਲ 3 ਵੇਰੀਏਬਲ ਹੁੰਦੇ ਹਨ। ਇਸ ਲਈ ਇਸ ਸਥਿਤੀ ਵਿੱਚ ਸਾਡੇ ਕੋਲ ਇੱਕ ਲਾਈਨ ਦੀ ਬਜਾਏ ਸਾਡੇ ਕੋਲ ਇੱਕ ਪਲੇਨ ਹੋਣਗੇ ਇਸ ਲਈ ਉਹ ਹੁਣ 3 ਪਲੇਨ ਹਨ ਅਤੇ ਉਹ ਇਹਨਾਂ ਤਿੰਨਾਂ ਪਲੇਨਜ਼ ਨੂੰ ਬਿਲਕੁਲ ਇੱਕ ਪੁਆਇੰਟ ਤੇ ਇੰਟਰਸੈਕਟ ਕਰਦੇ ਹਨ ਅਤੇ ਇਹੀ ਉਸ ਸਿਸਟਮ ਦਾ ਯੂਨੀਕ ਸੋਲਿਊਸ਼ਨ ਹੈ। ਅਤੇ ਫਿਰ ਅਸੀਂ ਇਹ ਵੀ ਦੇਖਿਆ ਹੈ ਕਿ ਜੇਕਰ ਉਦਾਹਰਨ ਲਈ ਲਾਈਨਾਂ ਪੈਰਲਲ ਹਨ ਤਾਂ ਉਹ ਕਦੇ ਵੀ ਇੰਟਰਸੈਕਟ ਨਹੀਂ ਹੁੰਦੀਆਂ। ਅਤੇ ਉਹੀ ਚੀਜ਼ ਜੋ ਅਸੀਂ 3 ਵੇਰੀਏਬਲਾਂ ਦੀ ਸਥਿਤੀ ਵਿੱਚ ਸਮਝਾ ਸਕਦੇ ਹਾਂ ਕਿ ਸਾਡੇ ਕੋਲ ਪੈਰਲਲ ਪਲੇਨ ਹਨ। ਇਸ ਲਈ ਇੱਥੇ ਅਸੀਂ ਦੂਜੇ ਕੇਸ ਵਿੱਚ ਦੇਖਿਆ ਹੈ ਕਿ ਲਾਈਨਾਂ ਪੈਰਲਲ ਹਨ। ਅਤੇ ਇਸ ਲਈ ਸਾਡੇ ਕੋਲ ਦਿੱਤੇ ਗਏ ਸਿਸਟਮ ਦਾ ਕੋਈ ਸੋਲਿਊਸ਼ਨ ਨਹੀਂ ਹੈ ਜਦੋਂ ਕਿ ਤੀਜੇ ਕੇਸ ਵਿੱਚ ਅਸੀਂ ਦੇਖਿਆ ਹੈ ਕਿ ਦੋਵੇਂ ਲਾਈਨਾਂ ਮੂਲ ਰੂਪ ਵਿੱਚ ਇੱਕੋ ਜਿਹੀਆਂ ਸਨ ਅਤੇ ਫਿਰ ਲਾਈਨ ਤੇ ਕੋਈ ਵੀ ਪੁਆਇੰਟ ਇਕੁਏਸ਼ਨ ਸਿਸਟਮ ਦਾ ਹੱਲ ਸੀ। ਇਸ ਲਈ ਅਸੀਂ ਉਸ ਯੂਨੀਕ ਦਾ ਕੇਸ ਦੇਖਿਆ ਹੈ ਜੋ ਅਸੀਂ ਅਨੰਤ ਰੂਪ ਵਿੱਚ ਬਹੁਤ ਸਾਰੇ ਸੋਲਿਊਸ਼ਨਸ ਦਾ ਕੇਸ ਦੇਖਿਆ ਹੈ ਅਤੇ ਅਸੀਂ ਕੋਈ ਸੋਲਿਊਸ਼ਨ ਨਾ ਹੋਣ ਦਾ ਕੇਸ ਦੇਖਿਆ ਹੈ ਅਤੇ ਇਹ ਸਾਰੀਆਂ ਸੰਭਾਵਨਾਵਾਂ ਹਨ ਜੋ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਲਈ ਵਾਪਰ ਸਕਦੀਆਂ ਹਨ। ਜਦੋਂ ਅਸੀਂ n ਅਗਿਆਤ ਵਾਲੇ m ਇਕੁਏਸ਼ਨਸ ਦੇ ਇੱਕ ਸਿਸਟਮ ਨੂੰ ਕੰਸੀਡਰ ਕਰਦੇ ਹਾਂ। ਪਰ ਅਸੀਂ ਇੱਥੇ ਇੱਕ ਬਹੁਤ ਹੀ ਸਰਲ ਉਦਾਹਰਨਾਂ ਦੀ ਮਦਦ ਨਾਲ ਦੇਖਿਆ ਹੈ ਜਿੱਥੇ ਅਸੀਂ ਸਿਰਫ 2 ਅਗਿਆਤ ਸਮਝੇ ਹਨ। ਇਸ ਲਈ ਅਗਲੇ ਲੈਕਚਰ ਵਿੱਚ ਅਸੀਂ ਹੁਣ ਇਸ ਬਾਰੇ ਗੱਲ ਕਰਾਂਗੇ ਸੋਲਿਊਸ਼ਨ ਲੱਭਣ ਲਈ ਸੋਲਿਊਸ਼ਨ ਤਕਨੀਕਾਂ ਜਦੋਂ ਸਾਡੇ ਕੋਲ ਇੱਕ ਵੱਡਾ ਸਿਸਟਮ ਨਹੀਂ ਹੈ ਜਿਸ ਦੁਆਰਾ ਅਸੀਂ ਇੱਥੇ ਜਿਓਮੈਟ੍ਰੀਕਲ ਅਤੇ ਵੈਕਟਰ ਵਿਆਖਿਆ ਲਈ ਵਿਚਾਰ ਕੀਤਾ ਹੈ ਤਾਂ ਜੋ ਇਹੋ ਹਵਾਲੇ ਹਨ ਜੋ ਅਸੀਂ ਇਹਨਾਂ ਲੈਕਚਰਸ ਨੂੰ ਤਿਆਰ ਕਰਨ ਅਤੇ ਤੁਹਾਡੇ ਧਿਆਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ।